Hello students, I know you all are doing well at your places. In the previous video, we have covered 8 pathogenic diseases, their causative organisms, symptoms, incubation period and mode of transmission. Moreover, we also have covered their preventive measures which are very common in all of them. Now we are left with the two diseases. The one is AIDS and the second one is cancer. So come to the first disease, AIDS, which stands for acquired immunodeficiency syndrome. The name of the disease itself suggests that it is acquired. Acquired ਦਾ ਮਤਲਬ ਹੁੰਦਾ ਕਿਸੇ ਤੋਂ ਦੁਆਰਾ ਲਈ ਗਈ. Immunodeficiency ਆਪਣੇ ਇਮਿਊਨ ਸਿਸਟਮ ਦੇ ਵਿੱਚ ਕੋਈ ਕਮੀ ਆ ਜਾਣਾ. ਸਿੰਡਰੋਮ ਮੀਨਸ ਬਿਮਾਰੀ. ਇਹ ਇਹੋ ਜਿਹੀ ਬਿਮਾਰੀ ਹੈ ਜਿਹੜੀ ਆਪਾਂ ਕਿਸੇ ਤੋਂ ਲਈ ਹੈ ਔਰ ਜਿਹਦੇ ਨਾਲ ਆਪਣੇ ਇਮਿਊਨ ਸਿਸਟਮ ਦੇ ਵਿੱਚ ਕੋਈ ਨਾ ਕੋਈ ਕਮੀ ਆ ਜਾਂਦੀ ਹੈ. ਸੋ ਇਟ ਇਜ਼ ਅ ਡਿਸਆਰਡਰ ਆਫ ਸੈਲ ਮੀਡੀਏਟਡ ਇਮਿਊਨ ਸਿਸਟਮ ਆਫ ਦ ਬੋਡੀ. ਇਹਦੇ ਵਿੱਚ ਕੀ ਹੁੰਦਾ ਹੈ, ਜੋ ਆਪਣੀ ਇਮਿਊਨ ਸਿਸਟਮ ਹੈ, ਮਤਲਬ ਜੋ ਆਪਣਾ ਸਿਸਟਮ ਆਪਾਂ ਨੂੰ ਡਿਜ਼ੀਜ਼ਸ ਤੋਂ ਬਚਾਉਂਦਾ ਹੈ, ਆਪਣੀ ਪ੍ਰੋਟੈਕਸ਼ਨ ਕਰਦਾ ਹੈ, ਉਹਨੂੰ ਆਪਾਂ ਇਮਿਊਨ ਸਿਸਟਮ ਕਹਿੰਦੇ ਹਾਂ. ਉਹਦੇ ਵਿੱਚ ਅਗਰ ਕੋਈ ਪ੍ਰੋਬਲਮ ਆ ਜਾਂਦੀ ਹੈ, ਕੋਈ ਡਿਸਆਰਡਰ ਆ ਜਾਂਦਾ ਹੈ, ਤਾਂ ਉਹਨੂੰ ਆਪਾਂ ਏਡਸ ਕਹਿੰਦੇ ਹਾਂ. There is a reduction in the helper T cells which stimulate antibody production by B cells. B cells bone marrow ਤੋਂ ਬਣਦੇ ਨੇ ਔਰ ਇਹ B cells ਅਗਰ ਆਪਣੀ ਬੋਡੀ ਦੇ ਵਿੱਚ ਐਂਟੀਬੋਡੀਜ਼ ਨਹੀਂ ਬਣਾ ਰਹੇ ਹੈਗੇ ਤਾਂ ਆਪਾਂ ਨੂੰ ਏਡਸ ਹੈਗੀ ਹੈ ਜਾਂ ਹੋ ਸਕਦੀ ਹੈ. ਹੁਣ ਜਿਹੜੇ B cells ਨੇ ਉਹ ਐਂਟੀਬੋਡੀਜ਼ ਕਿਉਂ ਨਹੀਂ ਬਣਾਉਣਗੇ? ਕਿਉਂਕਿ ਆਪਣੀ ਬੋਡੀ ਦੇ ਵਿੱਚ ਹੈਲਪਰ ਟੀ ਸੈਲਸ ਆਪਣੇ ਥਾਈਮਸ ਦੇ ਵਿੱਚ ਬਣਦੇ ਨੇ, ਜੋ ਕਿ ਇੱਕ ਆਪਣਾ ਐਂਡੋਕ੍ਰਾਈਨ ਗਲੈਂਡ ਹੈ. ਟੀ ਸੈਲਸ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਕਮੀ ਆ ਜਾਂਦੀ ਹੈ ਡਿਊ ਟੂ ਦਿਸ ਏਡਸ ਵਾਇਰਸ, ਜਿਹਦੇ ਕਰਕੇ ਬੀ ਸੈਲਸ ਐਂਟੀਬੋਡੀਜ਼ ਨਹੀਂ ਬਣਾ ਪਾਉਂਦੇ ਔਰ ਇਹ ਦੋਨਾਂ ਦੇ ਤਾਲਮੇਲ ਨਾਲ ਜੋ ਆਪਣੀ ਬੋਡੀ ਨੇ ਬਿਮਾਰੀ ਨੂੰ ਰੋਕਣ ਦਾ ਕੋਸ਼ਿਸ਼ ਕਰਨੀ ਸੀਗੀ ਉਹ ਨਹੀਂ ਹੋਊਗੀ, ਜਿਹਦੇ ਕਰਕੇ ਆਪਣੀ ਨੈਚੁਰਲ ਜਿਹੜਾ ਡਿਫੈਂਸ ਹੈ ਉਹ ਖਤਮ ਹੋ ਜਾਂਦਾ ਹੌਲੀ ਹੌਲੀ ਔਰ ਆਪਣੀ ਬੋਡੀ ਦੇ ਵਿੱਚ ਵਾਇਰਲ ਇਹ ਜਿਹੜਾ ਵਾਇਰਸ ਹੈ ਏਡਸ ਦਾ ਉਹ ਕਰਦਾ ਜਾਂਦਾ. ਸਭ ਤੋਂ ਪਹਿਲਾਂ ਆਪਾਂ ਇਹਦੀ ਕਰਾਂਗੇ ਹਿਸਟਰੀ. ਸਭ ਤੋਂ ਪਹਿਲਾਂ ਇਹ ਡਿਜ਼ੀਜ਼ 1981 ਦੇ ਵਿੱਚ ਨੋਟਿਸ ਕੀਤੀ ਸੀ US ਦੇ ਵਿੱਚ ਹੋਮੋਸੈਕਸ਼ੂਅਲਸ ਨੇ ਦੇ ਵਿੱਚ. ਰੋਬਰਟ ਗਾਲੋ ਐਂਡ ਹਿਜ਼ associates at National Cancer Institute USA discovered the first human retrovirus. ਹਾਂਜੀ, what do you mean by retrovirus? retrovirus ਉਹ ਹੁੰਦੇ ਨੇ ਜਿਨ੍ਹਾਂ ਕੋਲ ਆਪਣਾ ਜੈਨੇਟਿਕ ਮਟੀਰੀਅਲ ਕਿਆ ਹੁੰਦਾ ਹੈ, RNA ਹੁੰਦਾ ਹੈ. ਕਿਆ ਹੁੰਦਾ ਹੈ? RNA. ਪਰ ਉਹ ਕਿਸੇ ਹੋਸਟ ਦੇ ਵਿੱਚ ਜਾ ਕੇ, ਚਾਹੇ ਉਹ ਹਿਊਮਨ ਬੀਇੰਗ ਹੈ, ਹੋਸਟ ਹੁੰਦਾ ਕੋਈ ਵੀ ਹੋਸਟ ਹੈ, ਜਿਵੇਂ ਮੰਨ ਲਓ ਕਿ ਹਿਊਮਨ ਬੀਇੰਗ ਹੋਸਟ ਹੈ ਉਸ retrovirus ਦਾ, ਤਾਂ ਹਿਊਮਨ ਬੀਇੰਗ ਦੇ ਵਿੱਚ ਜਾ ਕੇ ਉਹਦੇ ਸੈੱਲ ਦੀ ਮਸ਼ੀਨਰੀ ਨੂੰ ਯੂਜ਼ ਕਰਕੇ DNA ਤਿਆਰ ਕਰੂਗਾ. ਰਾਈਟ, ਉਹਦੇ ਖੁਦ ਕੋਲ DNA ਨਹੀਂ ਹੁੰਦਾ ਬਟ ਉਹ DNA ਤਿਆਰ ਕਰਦਾ ਹੈ ਆਪਣੇ ਹੋਸਟ ਦੇ ਅੰਦਰ ਜਾ ਕੇ. ਦ ਵਾਇਰਸ ਵਾਜ਼ ਡਿਸਕਵਰਡ ਬਾਈ ਪ੍ਰੋਫੈਸਰ ਲਿਊਸ ਮੈਂਟੈਗਨਰ ਇਨ 1983. ਏਡਸ ਦਾ ਜਿਹੜਾ ਵਾਇਰਸ ਸੀਗਾ ਉਹ ਪ੍ਰੋਫੈਸਰ ਲਿਊਸ ਮੈਂਟੈਗਨਰ ਨੇ 1983 ਦੇ ਵਿੱਚ ਡਿਸਕਵਰ ਕੀਤਾ ਸੀਗਾ. ਸਭ ਤੋਂ ਪਹਿਲਾਂ ਜੋ ਇੰਡੀਆ ਦੇ ਵਿੱਚ ਕੇਸ ਆਇਆ ਸੀਗਾ ਏਡਸ ਦਾ, ਡੈਟ ਵਾਜ਼ ਰਿਪੋਰਟਡ ਇਨ ਤਾਮਿਲਨਾਡੂ. ਦੈਨ 1986 ਦੇ ਦੌਰਾਨ ਇਸ ਨੂੰ ਅਫੀਸ਼ੀਅਲ ਨੇਮ ਦਿੱਤਾ ਗਿਆ ਬਾਈ ਦ ਇੰਟਰਨੈਸ਼ਨਲ ਕਮੇਟੀ ਔਨ ਵਾਇਰਲ ਨੋਮਨਕਲੇਚਰ. ਇਸ ਵਾਇਰਸ ਨੂੰ ਨਾਮ ਦਿੱਤਾ ਗਿਆ HIV ਹਿਊਮਨ ਇਮਿਊਨੋਡੈਫੀਸ਼ੀਐਂਸੀ ਵਾਇਰਸ. ਹਾਂਜੀ, ਦਾ ਸਟਰਕਚਰ ਕਿਆ ਹੁੰਦਾ ਵਾਇਰਸ ਦਾ, ਏਡਸ ਵਾਇਰਸ ਦਾ ਜਾਂ HIV ਦਾ ਸਟਰਕਚਰ ਕਿਆ ਹੈ? ਇਟ ਇਜ਼ ਸਫੈਰਿਕਲ ਵਿਦ ਅ ਡਾਇਆਮੀਟਰ ਆਫ ਅਬਾਊਟ 90 to 120 ਨੈਨੋਮੀਟਰ. ਮਤਲਬ ਬਹੁਤ ਹੀ ਛੋਟਾ ਸਾਈਜ਼ ਹੁੰਦਾ ਇਹਦਾ, ਵਾਇਰਸ ਤੋਂ ਵੀ ਛੋਟਾ ਸਾਈਜ਼ ਹੁੰਦਾ. ਜਿਹੜਾ ਇਹਦੇ ਵਿੱਚ ਜੀਨੋਮ ਹੁੰਦਾ ਉਹ ਸਿੰਗਲ ਸਟੈਂਡਰਡ RNA ਹੈ ਜਿਹੜਾ ਕਿ 2 ਫਿਲਾਮੈਂਟਸ ਦੇ ਤੌਰ 'ਤੇ ਪ੍ਰੈਜ਼ੈਂਟ ਹੁੰਦਾ ਔਰ ਦੋਨੋਂ ਹੀ ਫਿਲਾਮੈਂਟਸ ਦੇ ਨਾਲ ਅਟੈਚ ਹੁੰਦਾ ਹੈ ਰਿਵਰਸ ਟਰਾਂਸਕ੍ਰਿਪਟੇਜ਼. ਇਸ ਤੋਂ ਇਲਾਵਾ ਇਸ ਨੂੰ ਐਨਵੈਲਪ ਕੀਤਾ ਹੁੰਦਾ ਲਿਪਿਡ ਮੈਂਬਰੇਨ ਨੇ ਜਾਂ ਲਿਪਿਡ ਬਾਈਲੇਅਰ ਮੈਂਬਰੇਨ, ਜੋ ਕਿ ਇੱਕ ਸੈੱਲ ਮੈਂਬਰੇਨ ਹੋਸਟ ਦੀ ਸੈੱਲ ਮੈਂਬਰੇਨ ਤੋਂ ਬਣੀ ਹੁੰਦੀ ਹੈ. ਐਂਡ ਪ੍ਰੋਜੈਕਟਿੰਗ ਨੋਬ ਲਾਈਕ ਗਲਾਈਕੋਪ੍ਰੋਟੀਨ ਸਪਾਈਕਸ. ਇਟ ਕੰਟੇਨ 2 ਪ੍ਰੋਟੀਨ ਕੋਟਸ. ਇਸ ਵਾਇਰਸ ਦੇ ਆਲੇ ਦੁਆਲੇ 2 ਪ੍ਰੋਟੀਨ ਦੇ ਕੋਟਸ ਹੁੰਦੇ ਨੇ
और बिल्कुल कंडियां वर्गे स्पाइक्स वर्गे ग्लाइकोप्रोटीन्स प्रेजेंट होंगे ने और एक लिपिड बाईलेयर होंगी है। सो दिस इज़ द स्ट्रक्चर ऑफ HIV। दिस इज़ एक्सटर्नल स्ट्रक्चर। ਜਿਹੜੀਆਂ ਇਹ ਤੁਹਾਨੂੰ दिख रही ने ये नोब्स ने, राइट। आ पूरा स्फेरिकल स्ट्रक्चर है HIV वायरस का। नाउ कम टू द इंटरनल स्ट्रक्चर ऑफ दिस वायरस। यस, हाँ जी, तुम देख सकते हो बहुत ही ध्यान नाल। आ दो लेयर्स ने, लिपिड बाई लेयर बाहर वाली, और उस तो बाद अंदर दो प्रोटीन दियाँ कोटिंग्स ने। अंदर आ दो स्ट्रैंड जिहड़े स्पायरल पे ने, दीज आर द RNA फिलामेंट्स। और दोनों के एंड के उपर आ पर्पल कलर देख सकते हो रिवर्स ट्रांसक्रिप्टेज एंजाइम है, जिहड़ा इसनूं होस्ट के अंदर जाके DNA तैयार करने दे विच हैल्प करता है। सो दिस इज़ द सिंपलीफाइड स्ट्रक्चर और इंटरनल स्ट्रक्चर ऑफ द HIV। यस, सिम्टम्स क्या ने? अगर किसी को एड्स हो जाती है तो वो क्या सिम्टम्स ने? एज सच ਇਹਦਾ कोई सिम्टम नहीं गा, बट देयर आर अ वेरी माइनर सिम्टम्स विच कैन बी नोटिस और विच कैन बी कम अंडर एनी अदर पैथोजेनिक डिजीज़ लाइक फीवर। फीवर तो आम आपां नूं किवें भी हो सकता है जदों अपनी बॉडी दे विच इन्फेक्शन होएगी। इट मीनस कि आपां नूं फीवर होएगा। लिथार्जी, लिथार्जी हुंदा सुस्तपन आना, लेजी हो जाना। नोजिया, नोजिया हुंदा वॉमिटिंग वर्गी फीलिंग आनी, भी इदा लगता जिवें वॉमिटिंग आएगी बट आती नहीं गी। हैडेक, सर दर्द होना, तो बॉडी के उपर रैशिज पै जाने। इनक्यूबेशन पीरियड क्या है इस डिजीज़ का? रेंजिस बिटवीन 6 मंथ टू 10 ईयर्स। मतलब परसन का टैसट पॉजिटिव आने के 6 महीने तो लैके 10 साल का समा लग सकता है। एड्स नूं आपां डायगनोस किवें कर सकते हैं? इसका बेस्ट जो कॉमन मैथड है डैट इज़ अलीसा टेस्ट। What do you mean by ELISA? It is an enzyme linked, ALISA means enzyme linked immunosorbent assay, A तो assay, also called ELISA। ये टेस्ट है जिहदे विच आपां डिटेक्ट करते हैं तो आपां ये देखते हैं कि जिहड़े परसन दे विच आपां HIV पॉजिटिव देख रहे हैं भी वो हैगा कि नहीं हैगा, उहदे विच एंटीबॉडीज़ बनियां होईयां ने या नहीं बनियां होईयां, राइट। ये टेस्ट आप किमें परफॉर्म करते, एक छोटा जहा मैथड दिता होया, अदरवाइज इट इज़ अ वेरी लॉन्ग प्रोसीजर, बट आप उसमें बहुत ही ब्रीफ दे विच समझण की कोशिश करते हैं भी एलिसा टेस्ट दे विच हुंदा की है। दिस टेस्ट कैन बी यूज टू डिटरमिन इफ यू हैव एंटीबॉडीज रिलेटेड टू सर्टन इन्फैक्शियस कंडीशन। मान लो कि अगर अपनी बॉडी में कोई इन्फैक्शन हो जाती है तो अपनी बॉडी दे विच की बननगियां, उन्होंने खत्म करने वास्ते एंटीबॉडीज़ बननगियां। एंटीबॉडीज़ क्या होंदियां ने? ये वो प्रोटीन्स ने जदों अपनी बॉडी बनाती है इन केस अपनी बॉडी के विच कोई एंटीजन या कोई फॉरन पार्टिकल इनवेड कर जाता है, राइट। हाँ जी, हुण आपां देखना है भी एंटीबॉडीज़ बनियां ने या नहीं बनियां, वो आपां किवें देखांगे? इफ़ योर ब्लड कंटेन्स एंटीबॉडीज़ टू द एंटीजन। जदों आपां ब्लड का सैंपल लैंदे हां तां आपां देखदे हां कि क्या उस एड्स वायरस लई अपनी बॉडी के विच एंटीबॉडीज़ बनियां होईयां ने। अगर बनियां होईयां ने तो टू विल बाइंड टूगैदर, तो दोनों एक दूजे नूं बाइंड कर लेंदे ने। द टेक्नीशियंस विल चैक दिस बाय एडिंग एन एंजाइम टू द पेट्री डिश एंड ऑब्जर्विंग हाउ योर ब्लड एंड द एंटीजन रिएक्ट। तो वो देखते हैं कि अपना जो ब्लड का सैंपल है, जो आप गिवन सैंपल दे रहे हैं टेस्ट वास्ते, और उहदे विच ओह जो एंटीजन पा रहे हैं उस तो बाद एक पर्टिकुलर एंजाइम पाते पे ने, क्या एंजाइम की प्रेजेंस दे विच दोनों आपस में बाइंड कर रहे हैं? मीनस एंटीबॉडी ते एंटीजन इन द प्रेजेंस ऑफ एंजाइम whether they react with each other, attach with each other or not। अगर वो जुड़ जाते हैं आपस दे विच तो इसका मतलब कि अपनी बॉडी दे विच HIV वायरस हैगा है। अगर वो नहीं जुड़ते, रिस्पॉन्स नहीं करते एंटीजन ते एंटीबॉडी, इट मीनस कि अपना टेस्ट नैगेटिव है। मीनस दिस इज़ द कन्फर्मेटरी टेस्ट। आप सिम्टम्स तो गैस नहीं कर सकते इस डिजीज़ में, आपू ये टेस्ट करवाना ही पैंदा है। हाँ जी, मोड ऑफ एक्शन, ये वायरस किमें काम करता है? जिमें ही ये वायरस अपनी बॉडी के विच चला जाता है, सब तो पहला जाके इन्हें एंटर करना है मैक्रोफेजिस के विच, क्योंकि मैक्रोफेजिस कित्थे पे ने? अपने ब्लड के विच पे ने।
where RNA genome of the virus replicate to form viral DNA। और मैक्रोफेजी सैल्स ਦੇ ਵਿੱਚ ਜਾ ਕੇ ਜੋ ਕਿ ਆਪਣੇ ਖੂਨ ਦੇ ਵਿੱਚ ਪਏ ਨੇ ਉੱਥੇ ਜਾਂਦੇ ਸਾਰ ਇਸ ਵਾਇਰਸ ਨੇ ਆਪਣੇ RNA ਨੂੰ ਯੂਜ਼ ਕਰਕੇ ਉੱਥੇ ਆਪਣਾ ਵਾਇਰਲ DNA ਤਿਆਰ ਕਰ ਲੈਣਾ ਹੈ ਵਿਦ ਦ ਹੈਲਪ ਆਫ ਰਿਵਰਸ ਟ੍ਰਾਂਸਕ੍ਰਿਪਟੇਸ ਐਂਜ਼ਾਈਮ। ਰਾਈਟ, ਆਪਣਾ RNA ਤੋਂ DNA ਤਿਆਰ ਕਰਨਾ ਹੈ ਵਿਦ ਦ ਹੈਲਪ ਆਫ ਰਿਵਰਸ ਟ੍ਰਾਂਸਕ੍ਰਿਪਟੇਸ ਐਂਜ਼ਾਈਮ। ਦੈਨ ਦਿਸ ਵਾਇਰਲ DNA ਗੈਟ ਇਨਕੋਰਪੋਰੇਟਡ ਇਨਟੂ ਦ ਹੋਸਟ। ਉਸ ਤੋਂ ਬਾਅਦ ਇਹ ਹੋਸਟ ਵਿੱਚ ਅਟੈਚ ਹੋ ਜਾਊਗਾ ਵਾਇਰਲ DNA ਔਰ ਉਸ ਹੋਸਟ DNA ਤੋਂ ਇਹ ਆਪਣੇ ਵਰਗੇ ਵਾਇਰਸਿਸ ਦੀਆਂ ਕਾਪੀਜ਼ ਬਣਾਉਣੀਆਂ ਸ਼ੁਰੂ ਕਰ ਦਿੰਦਾ। ਮਤਲਬ ਵਿਦਿਨ ਦ ਲਿਮਿਟਡ ਪੀਰੀਅਡ ਆਫ ਟਾਈਮ ਜਿਹੜੇ ਮੈਕਰੋਫੇਜਿਸ ਨੇ ਦੇ ਬਿਕਮ ਦ DNA ਫੈਕਟਰੀ। ਰਾਈਟ, ਉਹ DNA ਦੀਆਂ ਫੈਕਟਰੀਜ਼ ਵਾਂਗੂ ਬਿਹੇਵ ਕਰਨ ਲੱਗ ਜਾਂਦੇ ਨੇ। ਉਹ DNA ਦੀ ਫੈਕਟਰੀ ਜਿਹੜੀ ਅੱਗੇ ਜਾ ਕੇ ਕਮਾਂਡ ਦੇਊਗੀ ਕਿ ਵਾਇਰਸਿਸ ਬਣਨ। ਸਾਈਮਲਟੇਨੀਅਸਲੀ ਨਾਲ ਕਿਆ ਹੁੰਦਾ ਹੈ, HIV ਐਂਟਰਸ ਇਨਟੂ ਦ ਹੈਲਪਰ T ਸੈਲਸ। ਇਹ ਵੀ ਬਲੱਡ ਦੇ ਵਿੱਚ ਪਏ ਨੇ। HIV ਨੇ ਐਂਟਰ ਕਰ ਜਾਣਾ T ਸੈਲਸ ਦੇ ਵਿੱਚ, ਜਿੱਥੇ ਜਾ ਕੇ ਲਿੰਫੋਸਾਈਟਸ ਦਾ ਨੰਬਰ ਡਿਕਰੀਜ਼ ਹੁੰਦਾ ਬੋਡੀ ਦੇ ਵਿੱਚ ਔਰ ਪਰਸਨ ਨੂੰ ਇਨਫੈਕਸ਼ਨ ਕਾਜ਼ ਹੋ ਜਾਂਦੀ ਹੈ। ਦੈਨ ਦ ਇਨਫੈਕਟਿਡ ਪਰਸਨ ਸਫਰਸ ਫਰੋਮ ਫੀਵਰ, ਡਾਇਰੀਆ ਐਂਡ ਵੇਟ ਲਾਸ। ਜਦੋਂ ਉਸਦੀ ਬੋਡੀ ਦੇ ਵਿੱਚ ਇਨਫੈਕਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਉਸਨੂੰ ਬੁਖਾਰ ਚੜ੍ਹਦਾ ਹੈ, ਡਾਇਰੀਆ ਹੋ ਜਾਂਦਾ ਹੈ ਅਤੇ ਹੌਲੀ ਹੌਲੀ ਵੇਟ ਲਾਸ ਹੋਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਇਹ ਆਪਣੀ ਫਾਈਨਲ ਸਟੇਜ 'ਤੇ ਪਹੁੰਚ ਜਾਂਦਾ ਹੈ ਤਾਂ ਉਸ ਪਰਸਨ ਦੀ ਇਮਿਊਨਿਟੀ ਵੀਕ ਹੋ ਜਾਂਦੀ ਹੈ ਔਰ ਉਹਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਇਨਫੈਕਸ਼ਨ ਹੈ ਉਹ ਬਹੁਤ ਜਲਦੀ ਹੋ ਜਾਂਦੀ ਹੈ। ਕਿਉਂ ਹੋ ਜਾਂਦੀ ਹੈ? ਕਿਉਂਕਿ ਉਸ ਪਰਸਨ ਦੀ ਇਮਿਊਨਿਟੀ ਰਹੀ ਹੋਈ ਨਹੀਂ ਹੈਗੀ। ਇਟ ਮੀਨਸ ਜਿਹੜੀ ਉਹਦੀ ਬੋਡੀ ਹੈ ਅਗਰ ਉਹਦੇ ਵਿੱਚ ਕੋਈ ਵੀ ਪੈਥੋਜਨ ਜਾਏਗਾ ਉਹਨੂੰ ਬਿਮਾਰ ਕਰ ਦੇਗਾ ਬਹੁਤ ਜਲਦੀ। ਕਲੀਅਰ, ਕਿਉਂਕਿ ਉਹਦੀ ਬੋਡੀ ਹੁਣ ਲੜ ਨਹੀਂ ਸਕਦੀ। ਸੋ ਦਿਸ ਇਜ਼ the mode of replication given in your NCERT book। देखो ये दिखाया रिट्रोवायरस है, ਉਹਦੇ ਕੋਲ RNA है, प्रोटीन कोट है और वो RNA ਨੂੰ ਅੰਦਰ ਛੱਡ ਦਿੰਦਾ ਹੈ ਐਨੀਮਲ ਸੈੱਲ ਦੇ ਵਿੱਚ, ਜਿੱਥੇ ਜਾ ਕੇ ਉਹ ਮੈਕਰੋਫੇਜਿਸ ਦਾ ਹਿੱਸਾ ਬਣਦੇ ਨੇ ਤੇ ਵਾਇਰਲ DNA ਤਿਆਰ ਕਰਦੇ ਨੇ ਵਿਦ ਦਾ ਹੈਲਪ ਆਫ ਰਿਵਰਸ ਟ੍ਰਾਂਸਕ੍ਰਿਪਟੇਸ। ਜਿਹੜਾ ਰਿਵਰਸ ਟ੍ਰਾਂਸਕ੍ਰਿਪਟੇਸ ਤੋਂ DNA ਤਿਆਰ ਹੋਇਆ, ਵਾਇਰਲ DNA ਤਿਆਰ ਹੋਇਆ, ਇਹ ਜੀਨੋਮ ਦੇ ਹੋਸਟ ਦੇ ਜੀਨੋਮ ਦੇ ਅੰਦਰ ਚਲਾ ਜਾਂਦਾ ਹੈ ਤੇ ਉੱਥੇ ਜਾ ਕੇ ਕੀ ਕਰਦਾ ਹੈ, ਨਿਊ ਵਾਇਰਲ RNA ਇਜ਼ ਪ੍ਰੋਡਿਊਸਡ ਬਾਈ ਦ ਇਨਫੈਕਟਿਡ ਸੈਲਸ। ਉੱਥੇ ਫਿਰ ਨਵੇਂ ਵਾਇਰਸਿਸ ਬਣਨ ਲੱਗ ਜਾਂਦੇ ਨੇ ਐਂਡ ਇਨ ਦਿਸ ਵੇ ਦ ਇਨਫੈਕਸ਼ਨ ਗੋਜ਼ ਔਨ। ਫਿਰ ਉਹ ਨਵੇਂ ਜਿਹੜੇ ਵਾਇਰਸਿਸ ਬਣੇ ਨੇ ਉਹ ਹੋਰ ਸੈਲਸ ਨੂੰ ਇਨਫੈਕਟ ਕਰਨ ਵਾਸਤੇ ਚਲੇ ਜਾਂਦੇ ਨੇ। ਮਤਲਬ ਹੌਲੀ ਹੌਲੀ ਜਿਹੜੀ ਪੂਰੀ ਬੋਡੀ ਹੈ ਉਹ ਇਸ ਵਾਇਰਸ ਦੇ ਕੰਟਰੋਲ ਦੇ ਵਿੱਚ ਆ ਜਾਂਦੀ ਹੈ। ਹਾਂਜੀ, ਮੋਡ ਆਫ ਟ੍ਰਾਂਸਮਿਸ਼ਨ। ਇਸ ਬਿਮਾਰੀ ਨੂੰ ਲੈ ਕੇ ਬਹੁਤ ਸਾਰੀਆਂ ਆਪਣੀ ਸੁਸਾਇਟੀ ਦੇ ਵਿੱਚ ਮਿਸਕਨਸੈਪਸ਼ਨਸ ਨੇ ਵੀ ਇਹ ਕਿਵੇਂ ਫੈਲਦੀ ਹੈ ਬਟ ਇਹਦੇ ਫੈਲਣ ਦੇ ਸਿਰਫ 4 ਹੀ ਤਰੀਕੇ ਨੇ ਜਿਹਦੇ ਰਾਹੀਂ ਇਹ ਬਿਮਾਰੀ ਫੈਲ ਸਕਦੀ ਹੈ। ਨੰਬਰ 1 ਇਜ਼ यूज़ ऑफ कंटैमिनेटेड नीडल्स एंड सिरिंजेस। अगर कोई किसी दी इस्तेमाल करी हुई, इस्तेमाल भी की हुई, अगर कोई HIV पॉजिटिव है ਉਹਦੀ ही सेम नीडल या सिरिंज ਨੂੰ यूज़ करता है अपने अंदर ड्रग्स इंजैक्ट करने के लिए या फिर वैक्सीन्स ਨੂੰ इंजैक्ट करने के लिए, ਤਾਂ ਇਹ प्रॉब्लम हो सकती है क्योंकि ਆਪਾਂ ਨੂੰ नहीं पता भी कौन, शक्ल तो आप नहीं अंदाज़ा लगा सकते कौन HIV पॉजिटिव है कौन HIV नैगेटिव है। पर अगर इन केस है जी कोई गलती हो जाती है किसी तो ये डिजीज़ उसनों हो सकती है। दैन ट्रांसफ्यूजन ऑफ इनफैक्टिड ब्लड। बहुत सारे लोग ब्लड डोनेट करते हैं, उत्थे भी जरूरी है कि इस ब्लड को चैक करके ही लिया जाए। परसन को पहला चैक किया जाए कि वो HIV पॉजिटिव तो नहीं हैगा, क्योंकि ये ना हो कि आप उस परसन तो ब्लड लै लिया और किसी होर नूं ट्रांसफ्यूज कर दिता और बाद में आपको पता लगता है कि वो परसन जोड़ा सीगा वो HIV पॉजिटिव सी। दैन सैक्शुअल इंटरकोर्स विद इनफैक्टिड परसन और बाय पॉलीगेमी, यानी कि हैविंग मल्टीपल पार्टनर्स। अगर मल्टीपल पार्टनर्स होंगे, अगर बहुत लोगों नाल इनफैक्टिड लोगों नाल सैक्शुअल इंटरकोर्स किया जाएगा तो भी ये बीमारी बहुत जल्दी फैलती है। फ्रॉम इनफैक्टिड मदर टू
ਚਾਈਲਡ ਥਰੂ ਪਲੇਸੈਂਟਾ, ਪ੍ਰੈਗਨੈਂਟ ਮਦਰ ਤੋਂ ਉਸਦੇ ਬੱਚੇ ਨੂੰ ਹੋ ਸਕਦੀ ਹੈ। ਨਾਓ ਟ੍ਰੀਟਮੈਂਟ ਐਜ਼ ਸੱਚ ਇਸ ਦਾ ਕੋਈ ਟ੍ਰੀਟਮੈਂਟ ਨਹੀਂ ਹੈਗਾ, ਬਟ यूज़ ऑफ सर्टेन ड्रग्स कैन प्रोलोंग द लाइफ ऑफ द एड्स पेशेंट। बहुत सारिया इवें दी दवाइयां हुण अजकल बन चुकियां ने जिहड़ियां एड्स के पेशेंट की लाइफ नूं लंबा कर सकदियां ने पर डैथ नूं नहीं रोक सकदियां। जिवें कि ज़िडियोवोडिन और एजिडोथाइमिडिन वॉज द फर्स्ट ड्रग यूज्ड फॉर द ट्रीटमेंट और एक सक्सैसफुल रही सी ट्रीटमेंट। द अनदर वन इज़ डिडेनोसिन। प्रिवेंशन इसनों आपां किवें रोक सकते हैं फिर? इन दिस केस जनरल अवेयरनैस इज़ मोस्ट इंपॉर्टेंट। मतलब इस बीमारी का सिर्फ इक्को एक हल है कि इसनों आपां जनरल अवेयरनैस नाल ही ख़त्म कर सकते हैं, जिहदे लई आपां हर साल इंटरनेशनली 1 दिसंबर नूं एड्स डे के तौर पर मनाने आ। इस तो इलावा कुछ प्रिवेंशनस भी ने, प्रिकॉशनस भी ने जिहड़ियां आपां फॉलो कर सकते हैं। लाइक ब्लड टेस्ट मस्ट बी डन इन डोनर्स। अगर कोई ब्लड डोनेट करना जा रहा है अपना हॉस्पिटल दे विच तां उहदे ब्लड सैंपल नूं टैसट किया जाए, फिर ही उहदा ब्लड लिया जाए। डिस्पोजेबल नीडल एंड सिरिंजिस मस्ट बी यूज़। अगर वैक्सीनस आप कर रहे हैं, छोटे बच्चों की वैक्सीनेशन हो रही है तो उहदे विच आपां डिस्पोजेबल नीडल ते सिरिंजिस नूं ही यूज़ करिए। सिर्फ मतलब सिंगल टाइम यूज़ या वन टाइम यूज़ वाली सिरिंजिस ते नीडल्स नूं यूज़ करना चाहिए। इन सैक्शुअल रिलेशनशिप वन मस्ट बी मोनोगेमस और कोशिश होनी चाहिए है कि अपना हमेशा इक्को ही लाइफ पार्टनर होवे। इस तो इलावा देयर इज़ अ स्लोगन विच इज़ रन बाय द गवर्नमेंट एंड नॉन गवर्नमेंट ऑर्गेनाइजेशन दीज डेज, डोंट डाई ऑफ इग्नोरेंस। राइट, मतलब ये नहीं गा भी अगर आपां इस बीमारी बारे कुछ नहीं पता एवें ही मर जाओ। सब कुछ आपां पता होना चाहिए। मोर ओवर आपां प्रिवेंशन का पता होना चाहिए। अगर आपां खुद प्रिवेंटिड हाँ, आप प्रिकॉटरी मैजर्स लै रहे हाँ, तो आपां इस बीमारी तो कदे भी हारांगे नहीं। राइट, ये बीमारी आपां कदे भी नहीं हो सकती। जो मिसकनसैप्शनस ने उन्होंने छड्ड के जो ये वैलिड रीजनस ने, जो ये वैलिड मोड ऑफ ट्रांसमिशनस ने, उन्होंने ही अडोप्ट करना चाहिए। एंड बाकी इग्नोरेंस नहीं होनी चाहिए भी अपने विच अनपढ़ता वाली गल नहीं रखनी चाहिए। आपां बिल्कुल भी जो भी फैक्ट्स ने साइंटिफिकली प्रूव ने उन्होंने मन के ही उन्होंने ते विश्वास करके ही आपां इस बीमारी तो छुटकारा पा सकते हैं। सो नेक्स्ट टॉपिक इज़ कैंसर। कैंसर वन ऑफ द डेडलीस्ट डिजीज़ इन द वर्ल्ड। मतलब सब तो ज़्यादा जी भयानक मन्नी जाने वाली बीमारी है, सब तो ज़्यादा जो अजकल डैथ्स हो रही ने वो कैंसर तो हो रही ने। राइट, कैंसर है क्या? इट इज़ एन एबनॉर्मल एंड अनकंट्रोल्ड डिवीजन ऑफ सेल्स विच इन्वेड एंड डिस्ट्रॉय द सराउंडिंग टिश्यू। ये अपने ही सैल्स के डिवीजन, तुसीं +1 दे विच पढ़िया सैल डिवीजन, माइटोसिस म्योसिस पढ़ी है, उहदे विचों जो माइटोसिस है सैल्स डिवाइड करते हैं, आपको पता रेगूलरली उन्हों की जो डिवीजन है अगर वो अनकंट्रोल्ड हो जाती है, किसी के कंट्रोल्ड नहीं रही और हौली हौली वो अपने सराउंडिंग टिश्यूज़ में भी खत्म करना शुरू कर दे और उन्होंने भी अपने ही चपेट दे विच लै लवे, तो आप इसनूं कैंसर कहने हैं, उस स्टेज में आप कैंसर कहने हैं। इन अदर वर्ड्स कैंसर इज़ अनकंट्रोल्ड प्रोलिफरेशन ऑफ सेल्स विदाउट एनी डिफरेंशिएशन। मतलब सैल्स डिवाइड करी जा रहे हैं करी जा रहे हैं करी जा रहे हैं बट उन्होंने कोई डिफरेंशिएशन नहीं हैगी। लाइक दे डोंट नो वट फंक्शन दे हैव टू परफॉर्म। उन्होंने नहीं पता कि वो उन्होंने सैल्स ने जो सैल्स डिवाइड हो रहे हैं की काम करना है, किहड़ा टिश्यू बनाना है बॉडी विच, उन्होंने की परपज़ है डिवाइड करने का, वो बिना किसी परपज़ तो डिवाइड कर रहे हैं और उस स्टेज में आप क्या करने हैं कैंसर। द कैंसर में बी कोज टू एनी पार्ट इन द बॉडी। जिहड़ा कैंसर है वो अपनी बॉडी के किसी भी पार्ट दे विच हो सकता है। हाँ जी, द नॉर्मल सैल्स हैव अ लाइफ स्पैन। जो एक आम सैल्स होंगे अपनी बॉडी के विच उनका एक लाइफ स्पैन है, एक पर्टिकुलर टाइम पीरियड तो बाद उनकी डैथ हो जूगी और फिर नवे सैल्स बननगे बॉडी के विच और यूजली दे आर रिप्लेसड बाय
न्यू सैल्स थ्रू सैल डिवीजन एंड डिफरेंशिएशन, और वो उवें ही माइटोसिस के थ्रू डिवाइड होंदे ने और रिप्लेस किए जाते हैं। बोथ दीज प्रोसैस आर रेगूलेटेड बाय कॉन्टैक्ट इनहिबिशन। जिहड़ियां ये दोनों प्रोसैसिस चलदियां ने अपनी बॉडी दे विच, ये किवें चलदियां ने? कॉन्टैक्ट इनहिबिशन मीनस इनू अपना अपनियां जीन्स कंट्रोल कर रही ने, जेनेटिक कंट्रोल इन्हां दे उपर। द नॉर्मल सैल्स बाय कॉन्टैक्ट इनहिबिशन चैक द अनकंट्रोल ग्रोथ ऑफ द सैल्स। अगर कोई सैल अनकंट्रोल ग्रोथ करनी शुरू कर दिंदा है तो जिहड़े नाल दे सैल्स ने ओह उहदे नाल कॉन्टैक्ट करके उहदी डिवीजन नू रोक देंदे ने। मीनस द सैल डिवीजन इज़ टोटली रेगुलाइज्ड, ठीक है, पूरी मेनटेनड है, वो उन्हें देखा जाता है, चैक किया जाता है। इफ़ दिस ग्रोथ बिकम अनकंट्रोल्ड, अगर कॉन्टैक्ट इनहिबिशन नहीं हो पाता तो जी सैल्स की ग्रोथ है वो अनकंट्रोल हो जाती है और उस जगह पर क्या बन जाता है? एक सैल्स का लंप बन जाता है, गुच्छा बन जाता है, जिन्हों आप कहने गठ नूं कहने आप ट्यूमर। और इस ट्यूमर बनने की प्रोसैस में आप क्या कह दें? नियोप्लाज्म, राइट। द प्रोसैस ऑफ फॉर्मेशन ऑफ द ट्यूमर इज़ कॉल्ड नियोप्लाज्म। हाँ जी, अपनी बॉडी के अंदर दो तरह के ट्यूमर्स बन सकते हैं। नंबर 1 इज़ बिनाइन ट्यूमर एंड नंबर 2 इज़ मैलिग्नेंट ट्यूमर। पहला है बिनाइन ट्यूमर, इट रिमेन्स कन्फाइंड टू द साइट ऑफ इट्स फॉर्मेशन। जिहड़ा बिनाइन ट्यूमर है ये उस जगह पर रहिंदा जिथे ये बनता है और अपने किसी भी बॉडी पार्ट के विच ये स्प्रैड नहीं हुंदा। ये अपनी बॉडी नूं घट नुकसान पहुँचाता है एंड इज़ नॉन कैंसरस। इस ट्यूमर नूं आपां कैंसर नहीं कह सकते। दैन मैलिग्नेंट ट्यूमर यानी कि कैंसरस ट्यूमर, द सैल्स गो बियॉन्ड एडजेसेंट टिश्यूज एंड एंटर द ब्लड एंड लिम्फ। अपने जोड़े बॉडी फ्लूइड्स ने, दो मेन बॉडी फ्लूइड्स ने अपने अंदर, ब्लड ते लिम्फ, ये सैल्स उन्हां दे अंदर चले जाते हैं और उत्थों माइग्रेट करते करते अपनी बॉडी के विच किसी भी जगह के उपर जाके ट्यूमर पैदा कर सकते हैं। मीनस इन्हां दी मूव करन दी कैपेसिटी हैगी है। द फिनोमिना इन विच कैंसरस सैल्स स्प्रैड टू डिस्टेंट साइड थ्रू बॉडी फ्लूइड्स टू डिवेलप सेकेंडरी ट्यूमर इज़ कॉल्ड मेटास्टेसिस। इन्हां दे फैलन की प्रक्रिया नूं आपां क्या कहने आ? मेटास्टेसिस। ट्यूमर बनने की प्रक्रिया नूं आपां क्या कहने? नियोप्लाज्म। इहदी फैलन की प्रोसैस नूं आपां कहने आ जदों ये दूर तक जाके फैल जाता बॉडी दे विच, इट इज़ कॉल्ड मेटास्टेसिस। Study of cancer is called oncology. The agents which are responsible for causing cancer are called carcinogens. एज सच तो आपां नूं कुछ नहीं पता भी कैंसर नूं कौन कॉज करता है, बट फिर भी अगर आपां किसी नूं इहदा रिस्पोंसिबल मनते हाँ कैंसर का तो उन्होंने आपां क्या कहांगे? कार्सीनोजन। द मेन कार्सीनोजन्स आर नंबर 1 फिजिकल एजेंट्स ने अपने कोले। फिजिकल एजेंट्स के विच यूज ऑफ कांगड़ी एन अर्थन पॉट कंटेनिंग बर्निंग कोल बाय कश्मीरीज में कॉज एबिडोमिनल कैंसर बिकॉज इट इज़ ऑलवेज प्लेस वेरी क्लोज टू द एबडामन। हाँ जी, जो कश्मीरीज होंगे ने उन्होंने ओवरकोट्स के अंदर एक कांगड़ी रखी होंगी, एक छोटा जिहा मिट्टी का बनया हुआ बर्तन जहा होंगे जिहदे विच हमेशा सारा टाइम कोल चलता रहता है, ठीक है। और उन्होंने पेट से बहुत ज़्यादा कोल पिया होंगे वो पॉकेट के विच। ये उन्होंने एबडामन का कैंसर हो सकता है। बिटल एंड तबैको चूइंग में कोज ऑरल कैंसर, मूँह का कैंसर हो सकता है बिटल ते तबैको के नाल। हैवी स्मोक में कौन लंग कैंसर, स्मोकिंग के नाल लंग कैंसर हो सकता है। एक्सैसिव एक्सपोजर टू सनलाइट में कॉज स्किन कैंसर, अगर आप ज़्यादा देर सनलाइट च रहांगे क्योंकि वो अल्ट्रावायलेट रेडिएशनस भी हैगियां ने तो आपको स्किन कैंसर हो सकता है। एक्सैसिव एक्सपोजर टू एक्सरेज एंड अल्ट्रावायलेट रेडिएशनस मे कॉज ऑल्सो बी द रीजन फॉर कॉजिंग कैंसर। हाँ जी, एक्सरेज या फिर अल्ट्रासोनिक रेज आप अल्ट्रासाउंड्स करवाने हैं या अल्ट्रावायलेट रेडिएशनस ने, इन्हां नाल भी कैंसर हो सकता है। दैन कैमिकल एजेंट्स, सर्टन कैमिकल्स लाइक कैफीन जिमें कॉफ़ी ते चाह दे विच हुंदी है, निकोटीन तंबाकू दे विच है, कंबशन ऑफ कोल, पेस्टिसाइड्स, कॉन्सटेंट यूज ऑफ आर्टिफिशियल स्वीटनर्स,
ਮਿੱਠੇ ਦੇ ਤੌਰ ਤੇ ਕੁਝ ਵੀ ਯੂਜ਼ ਕਰਦੇ ਹਾਂ ਆਪਾਂ। ਕੌਜ਼ ਆਲ ਦਿਸ ਕੈਨ ਕੌਜ਼ ਕੈਂਸਰ। ਡਾਈ ਵਰਕਰਸ, ਜਿੱਥੇ ਡਾਈ ਬਣਦੀ ਹੈ, ਕੈਮੀਕਲੀ ਡਾਈ ਬਣਦੀਆਂ, ਰੰਗ ਬਣਦੇ ਨੇ, ਉਸ ਫੈਕਟਰੀ ਦੇ ਵਰਕਰਸ ਅਗਰ ਪ੍ਰੀਕੋਸ਼ਨਸ ਨਹੀਂ ਲੈਂਦੇ ਤਾਂ ਉਹਨਾਂ ਨੂੰ ਕੈਂਸਰ ਹੋ ਸਕਦਾ, ਕਿਉਂਕਿ ਡਾਈ ਆਪਾਂ ਕੈਮੀਕਲਸ ਤੋਂ ਤਿਆਰ ਕਰਦੇ ਹਾਂ। ਫਿਰ ਸੀਮੈਂਟ ਜਿੱਥੇ ਬਣਦਾ ਫੈਕਟਰੀਜ਼ ਦੇ ਵਿੱਚ, ਉੱਥੇ ਜਿੱਥੇ ਐਸਬੈਸਟੋਸ ਬਣਦਾ, ਐਸਬੈਸਟੋਸ ਜਿਹੜੀਆਂ ਛੱਤਾਂ ਹੁੰਦੀਆਂ ਨੇ, ਟਿਨ ਦੀਆਂ ਛੱਤਾਂ ਬਣਾਈਆਂ ਜਾਂਦੀਆਂ ਨੇ, ਉਹਨਾਂ ਵਿੱਚ ਵੀ ਜਿਹੜੇ ਵਰਕਰਸ ਨੇ ਦੇ ਆਰ ਦਾ very close to cancer. Then biological agents, some viruses like human papilloma virus, Epstein-Barr virus are carcinogenic in nature. ਇਹ ਇੱਦਾਂ ਦੇ ਵਾਇਰਸਿਸ ਨੇ ਜਿਹੜੇ ਆਪਾਂ ਨੂੰ ਕੈਂਸਰ ਕੋਜ਼ ਕਰ ਸਕਦੇ ਨੇ। ਦੈਨ ਹਾਊ ਕੈਂਸਰ ਸਪਰੈਡਸ, ਇਹ ਫੈਲਦਾ ਕਿਵੇਂ ਹੈ ਬੋਡੀ ਦੇ ਵਿੱਚ, ਜਿਹੜਾ ਮੈਲੀਗਨੈਂਟ ਕੈਂਸਰ ਹੈ, ਟਿਊਮਰ ਹੈ, ਉਹ ਕਿਵੇਂ ਬਣਦਾ ਹੈ, ਕਿਵੇਂ ਫੈਲਦਾ ਹੈ। Abnormal increase in the number of cells in a tissue or organ forms a clone of proliferative cells. ਜਦੋਂ ਕਹਿੰਦਾ ਆਪਣੀ ਬੋਡੀ ਦੇ ਵਿੱਚ ਐਬਨੋਰਮਲ ਨੰਬਰ ਬਣੀ ਜਾਂਦਾ ਸੈਲਸ ਦਾ, ਕੋਈ ਕੰਟਰੋਲ ਹੀ ਨਹੀਂ ਹੈਗਾ, ਕੰਟੈਕਟ ਇਨਹੀਬਿਸ਼ਨ ਨਹੀਂ ਹੈਗੀ, ਤਾਂ ਸੈੱਲ ਡਿਵੀਜ਼ਨ ਕੰਟਰੋਲ ਨਹੀਂ ਹੈਗੀ, ਜਿਹਦੇ ਕਰਕੇ ਐਬਨੋਰਮਲ ਡਿਵੀਜ਼ਨ ਹੋਈ ਜਾ ਰਹੀ ਹੈ, ਤਾਂ ਆਪਣੀ ਬੋਡੀ ਦੇ ਵਿੱਚ ਬਹੁਤ ਸਾਰੇ ਕਲੋਨਸ ਬਣ ਜਾਂਦੇ ਆ, ਸੈਲਸ ਦੇ ਗਰੁੱਪਸ ਬਣ ਜਾਂਦੇ, ਝੁੰਡ ਬਣ ਜਾਂਦੇ ਇੱਕੋ ਜਿਹੇ ਸੇਮ। ਦਿਸ ਐਕਸੈਸਿਵ proliferation ਕੀ rise to the mass of cells which is initially known as benign tumor. ਤਾਂ ਸਭ ਤੋਂ ਪਹਿਲਾਂ ਜੋ ਟਿਊਮਰ ਬਣਦਾ ਉਹਨੂੰ ਆਪਾਂ ਕਿਆ ਕਹਿੰਦੇ ਆ, ਬਿਨਾਈਨ, ਕਿਉਂਕਿ ਉਹ ਆਪਣੀ ਹੀ ਜਗ੍ਹਾ ਦੇ ਉੱਪਰ ਰਹਿੰਦਾ ਹੈ। These cells enter into the blood vessels and migrate to other sites in the body where these continue to divide. These malignant cells are cancerous cells. ਤਾਂ ਜਿਹੜੇ ਮੈਲੀਗਨੈਂਟ ਸੈਲਸ ਬਣ ਜਾਂਦੇ ਆ ਬਿਨਾਈਨ ਤੋਂ, ਔਰ ਆਪਣੀ ਬੋਡੀ ਵਿੱਚ ਕਿਤੇ ਵੀ ਮੂਵ ਕਰਕੇ ਸਟੇ ਕਰ ਜਾਂਦੇ ਨੇ, ਉਹਨੂੰ ਆਪਾਂ ਕਹਿੰਦੇ ਹਾਂ ਕਿ ਇਹ ਕੈਂਸਰਸ ਸੈਲਸ ਬਣ ਚੁੱਕੇ ਨੇ, ਰਾਈਟ। ਡਿਟੈਕਸ਼ਨ ਐਂਡ ਡਾਇਗਨੋਸਿਸ ਆਫ ਕੈਂਸਰ, ਜਿਵੇਂ ਏਡਜ਼ ਵਾਸਤੇ ਆਪਾਂ ਲੀਸਾ ਟੈਸਟ ਕਰਦੇ ਹਾਂ, ਤਾਂ ਆਪਾਂ ਨੂੰ ਕੈਂਸਰ ਦਾ ਕਿਵੇਂ ਪਤਾ ਲੱਗਦਾ ਹੈ। ਯੈਸ, ਪਹਿਲਾ ਟੈਸਟ ਹੈਗਾ ਬਾਇਓਪਸੀ। ਦੇਰ ਆਰ ਅ ਨੰਬਰ ਆਫ ਟੈਸਟ, ਪਰ ਆਪਾਂ ਕੁਝ ਸਰਟਨ ਜਿਹੜੇ ਕਾਮਨ ਟੈਸਟ ਨੇ ਉਹੀ ਕਵਰ ਕੀਤੇ ਨੇ। ਬਾਇਓਪਸੀ ਦੇ ਵਿੱਚ ਕਿਆ ਹੁੰਦਾ, ਸਸਪੈਕਟਡ ਟਿਸ਼ੂ ਜਿੱਥੇ ਆਪਾਂ ਨੂੰ ਲੱਗਦਾ ਵੀ ਕੈਂਸਰ ਹੋ ਸਕਦਾ, ਉਹਦਾ ਇੱਕ ਪੀਸ ਕੱਟਿਆ ਜਾਂਦਾ, ਉਹਨੂੰ ਸਟੇਨ ਕੀਤਾ ਜਾਂਦਾ ਔਰ ਮਾਈਕਰੋਸਕੋਪ ਦੇ ਨੀਚੇ ਉਹਦੀ ਡਿਵੀਜ਼ਨ ਨੂੰ ਅਬਜ਼ਰਵ ਕਰਦੇ ਹਾਂ, ਇਸ ਨੂੰ ਆਪਾਂ ਕਹਿੰਦੇ ਹਾਂ ਬਾਇਓਪਸੀ। ਟੈਕਨੀਕਸ ਲਾਈਕ MRI ਐਂਡ CT ਸਕੈਨ ਆਰ ਆਲਸੋ ਯੂਜ਼ਫੁਲ ਟੂ ਡਿਟੈਕਟ ਇਨ ਕੈਂਸਰਸ ਇਨ ਦ ਇੰਟਰਨਲ ਔਰਗਨਸ। ਇਹਦੇ ਵਿੱਚ ਆਪਾਂ ਔਰਗਨ ਦੀ 3 ਡਾਇਮੈਂਸ਼ਨਲ ਸਟਰਕਚਰ ਨੂੰ ਸਟੱਡੀ ਕਰਕੇ ਮੈਗਨੈਟਿਕ ਰੇਜ਼ ਦੇ ਨਾਲ ਆਪਾਂ ਕੈਂਸਰ ਨੂੰ ਡਿਟੈਕਟ ਕਰ ਸਕਦੇ ਹਾਂ। Mammography is radiographic examination to detect breast cancer. Next, symptoms of cancer. A persistent cough or hoarseness in a smoker. Persistent cough मतलब खांसी ही रहना, हमेशा खांसते रहना। Hoarseness ਜਿਹੜਾ ਗਲਾ ਹੈ ਉਹ ਭਾਰੀ ਭਾਰੀ ਰਹਿਣਾ ਹਮੇਸ਼ਾ। A change in the wart or mole, ਬੋਡੀ ਦੇ ਉੱਪਰ ਕੋਈ ਵਾਟ ਬਣ ਗਿਆ ਜਾਂ ਮੋਲ ਬਣ ਗਿਆ, ਉਹਦਾ ਕਲਰ ਚੇਂਜ ਹੋ ਜਾਣਾ। ਅਨਐਕਸਪੈਕਟਿਡ ਡਿਮਿਨਿਸ਼ ਔਰ ਲੌਸਟ ਐਪੀਟਾਈਟ, ਇੱਕਦਮ ਭੁੱਖ ਦਾ ਚਲੇ ਜਾਣਾ। ਅਨਐਕਸਪਲੇਨ ਲੋਜ਼ ਇਨ ਵੇਟ ਦਾ ਲੋਸ ਹੋ ਜਾਣਾ ਬਿਨਾਂ ਕਿਸੇ ਕਾਰਨ ਤੋਂ। ਐਨੀ ਅਨਕਿਉਰੇਬਲ ਅਲਸਰ, ਕੋਈ ਇਹੋ ਜਿਹਾ ਬੋਡੀ ਦੇ ਉੱਪਰ ਅਲਸਰ ਹੋ ਜਾਣਾ ਜਿਹਦਾ ਕੋਈ ਕਿਉਰ ਨਾ ਹੋਵੇ। ਅ ਲੰਪ ਔਰ ਹਾਰਡ ਏਰੀਆ ਇਨ ਦ ਬ੍ਰੈਸਟ ਦੇ ਵਿੱਚ ਲੰਪ ਬਣ ਜਾਣਾ ਜਾਂ ਕੋਈ ਹਾਰਡ, ਬ੍ਰੈਸਟ ਦਾ ਹਾਰਡ ਹੋ ਜਾਣਾ ਬਹੁਤ ਜ਼ਿਆਦਾ ਕਿਸੇ ਏਰੀਆ ਤੋਂ। ਨॉन ਇੰਜਰੀ ਬਲੀਡਿੰਗ ਫਰੋਮ ਦ ਸਰਫੇਸ ਆਫ ਦ ਸਕਿਨ, ਮਾਊਥ ਔਰ ਐਨੀ ਅਦਰ ਓਪਨਿੰਗ ਆਫ ਦ ਬੋਡੀ, ਸਕਿਨ ਵਿੱਚੋਂ ਜਾਂ ਕਿਸੇ ਵੀ ਬੋਡੀ ਓਪਨਿੰਗ ਦੇ ਵਿੱਚੋਂ ਬਿਨਾਂ ਸੱਟ ਲੱਗੇ ਬਲੀਡਿੰਗ ਦਾ ਹੋ ਜਾਣਾ। ਹਾਂਜੀ, ਟ੍ਰੀਟਮੈਂਟ ਆਫ ਕੈਂਸਰ। ਵੈਸੇ ਤਾਂ ਜੋ ਇਹਦੇ ਟ੍ਰੀਟਮੈਂਟ ਹੈ ਉਹ ਕੋਈ ਇੰਨੇ ਖਾਸ ਇਫੈਕਟਿਵ ਨਹੀਂ ਹੈਗੇ, ਬਹੁਤ ਹੀ ਘੱਟ ਪਰਸੈਂਟ ਲੋਕ ਨੇ ਜਿਨ੍ਹਾਂ ਦੇ ਉੱਪਰ ਇਹ ਸਾਰੇ ਟ੍ਰੀਟਮੈਂਟਸ ਕੰਮ ਕਰਦੇ ਨੇ। ਉਹਦਾ ਵੀ ਇੱਕ ਰੀਜ਼ਨ ਹੈ ਕਿ ਜਿਹੜਾ ਇਹ ਕੈਂਸਰ ਹੈ ਇਹ ਆਪਣੀ ਬੋਡੀ ਵਿੱਚ ਇਹਦੇ ਹੋਣ ਦਾ ਕਾਰਨ ਕੀ ਹੈ। ਆਪਾਂ ਸਭ ਕੁਝ ਪੜ੍ਹ ਲਿਆ, ਰੀਜ਼ਨਸ ਕੀ ਨੇ ਇਹਦੇ। ਰੀਜ਼ਨਸ ਇਹ ਨੇ ਕਿ ਜੋ ਕੈਂਸਰ ਹੈ ਉਹਦਾ ਕਾਰਨ ਹੈਗਾ ਕਿ ਆਪਣੀ ਬੋਡੀ ਦੇ ਅੰਦਰ ਪ੍ਰੋਟੋਓਂਕੋ ਜੀਨਸ ਹੁੰਦੀਆਂ ਨੇ, ਰਾਈਟ। ਪ੍ਰੋਟੋਓਂਕੋ, ONCO, ਓਂਕੋ ਜੀਨਸ, ਇਹ ਸਭ ਦੇ ਅੰਦਰ ਨੇ ਜੀਨਸ। ਪ੍ਰੋਟੋਓਂਕੋ ਜੀਨਸ ਮਤਲਬ ਇਹ ਇਨਐਕਟਿਵ ਜੀਨਸ ਹੁੰਦੀਆਂ ਨੇ।
ਜਦੋਂ ਆਪਣੀ ਬੋਡੀ ਦੇ ਵਿੱਚ ਕੰਟੈਕਟ ਇਨਹੀਬਿਸ਼ਨ ਨਹੀਂ ਹੋ ਪਾਉਂਦਾ, ਮਤਲਬ ਰੈਗੂਲੇਸ਼ਨ ਨਹੀਂ ਹੁੰਦੀ ਸੈੱਲ ਡਿਵੀਜ਼ਨ ਦੀ ਜਾਂ ਮਾਈਟੋਸਿਸ ਦੀ ਰੈਗੂਲੇਸ਼ਨ ਨਹੀਂ ਹੁੰਦੀ, ਤਾਂ ਇਹ ਪ੍ਰੋਟੋਓਨਕੋਜੀਨਸ ਓਨਕੋਜੀਨਸ ਦੇ ਵਿੱਚ ਕਨਵਰਟ ਹੋ ਜਾਂਦੀਆਂ ਨੇ। ਜਿਹੜੀਆਂ ਓਨਕੋਜੀਨਸ ਨੇ ਇਹ ਆਪਣੀ ਬੋਡੀ ਦੇ ਵਿੱਚ ਅਨਕੰਟਰੋਲਡ ਡਿਵੀਜ਼ਨ ਆਫ ਸੈਲਸ ਨੂੰ ਪ੍ਰਮੋਟ ਕਰਦੀਆਂ ਨੇ, ਰਾਈਟ। ਮੈਂ ਦੁਬਾਰਾ ਰਿਪੀਟ ਕਰ ਦਿੰਦੀ ਹਾਂ, ਆਪਣੀ ਬੋਡੀ ਦੇ ਵਿੱਚ ਪ੍ਰੋਟੋਓਨਕੋਜੀਨਸ ਨੇ ਜਿਹੜੀਆਂ ਕਿ ਇਨਐਕਟਿਵ ਫਾਰਮ ਦੇ ਵਿੱਚ ਪਈਆਂ, ਆਪਣੀ ਬੋਡੀ ਦੇ ਸੈਲਸ ਨਾਰਮਲੀ ਡਿਵਾਈਡ ਕਰ ਰਹੇ ਨੇ, ਡਿਫਰੈਂਸ਼ੀਏਟ ਕਰ ਰਹੇ ਨੇ, ਆਪਣਾ ਕੰਮ ਕਰਦੇ ਪਏ ਨੇ। ਬਟ ਜਦੋਂ ਇਹ ਪ੍ਰੋਟੋਓਨਕੋਜੀਨਸ ਕਿਸੇ ਵੀ ਰੀਜ਼ਨ ਕਰਕੇ, ਇਟ ਮੇ ਬੀ ਫਿਜ਼ੀਕਲ ਏਜੈਂਟ, ਇਟ ਮੇ ਬੀ ਬਾਈ ਕੈਮੀਕਲ ਏਜੈਂਟ ਔਰ ਮੇ ਬੀ ਬਾਈ ਬਾਇਓਲੋਜੀਕਲ ਏਜੈਂਟ, ਕਿਸੇ ਵੀ ਕਾਰਨ ਕਰਕੇ, ਦ ਰੀਜ਼ਨਸ ਆਰ ਸਟਿਲ ਅਨਨੋਨ ਟੂ ਅਸ, ਕਿਸੇ ਵੀ ਕਾਰਨ ਕਰਕੇ ਜਿਹੜੇ ਪ੍ਰੋਟੋਓਨਕੋਜੀਨਸ ਨੇ ਇਹ ਓਨਕੋਜੀਨਸ ਦੇ ਵਿੱਚ ਕਨਵਰਟ ਕਰ ਜਾਣ, ਤਾਂ ਆਪਣੀ ਬੋਡੀ ਦੇ ਵਿੱਚ ਕੰਟੈਕਟ ਇਨਹੀਬਿਸ਼ਨ ਰੁਕ ਜਾਂਦੀ ਹੈ, ਜਿਹਦੇ ਕਰਕੇ ਜਿਹੜੇ ਆਪਣੇ ਸੈਲਸ ਨੇ ਉਹ ਕੀ ਕਰਦੇ ਨੇ, ਐਬਨੋਰਮਲ ਗਰੋਥ ਕਰਦੇ ਨੇ। ਜਿਹੜੇ ਸੈਲਸ ਨੇ ਉਹ ਡਿਫਰੈਂਸ਼ੀਏਟ ਨਹੀਂ ਕਰਦੇ ਔਰ ਉਹ ਆਪਣੀ ਬੋਡੀ ਵਿੱਚ ਟਿਊਮਰ ਦੀ ਫਾਰਮੇਸ਼ਨ ਕਰਦੇ ਨੇ, ਔਰ ਉਹ ਟਿਊਮਰ ਆਪਣੀ ਬੋਡੀ ਵਿੱਚ ਫੈਲ ਜਾਂਦਾ ਹੈ, ਜਿਹਨੂੰ ਆਪਾਂ ਕੈਂਸਰ ਦਾ ਨਾਮ ਦਿੰਦੇ ਹਾਂ, ਰਾਈਟ। ਬਟ ਬੀ ਪੋਜ਼ੀਟਿਵ, ਕੁਝ ਸਜੈਸ਼ਨਸ ਨੇ ਆਪਣੇ ਕੋਲ ਟਰੀਟਮੈਂਟ ਦੀਆਂ ਜਿਹਦੇ ਨਾਲ ਆਪਾਂ ਕਾਫੀ ਪੇਸ਼ੈਂਟਸ ਨੂੰ ਠੀਕ ਵੀ ਕਰਦੇ ਹਾਂ। ਨੰਬਰ 1 ਇਜ਼ ਸਰਜਰੀ। ਇਟ ਇਨਵੋਲਵਸ ਦ ਰਿਮੂਵਲ ਆਫ ਐਂਟਾਇਰ ਕੈਂਸਰਸ ਸੈਲ। ਜਿੱਥੇ ਵੀ ਆਪਾਂ ਨੂੰ ਲੱਗਦਾ ਵੀ ਕੈਂਸਰ ਟਿਸ਼ੂ ਬਣਦਾ ਪਿਆ, ਆਪਾਂ ਉਹਨੂੰ ਰਿਮੂਵ ਕਰ ਦਿੰਦੇ ਹਾਂ। ਪਰ ਕਈ ਵਾਰ ਇਹ ਪੋਸੀਬਲ ਨਹੀਂ ਹੁੰਦਾ। ਹੁਣ ਜਿਵੇਂ ਬਲੱਡ ਦੇ ਵਿੱਚ ਹੈ ਮੰਨ ਲਓ ਕੈਂਸਰ, ਤਾਂ ਉਹਨੂੰ ਆਪਾਂ ਰਿਮੂਵ ਨਹੀਂ ਕਰ ਸਕਦੇ ਬਲੱਡ ਨੂੰ। ਰੇਡੀਓਥੈਰੇਪੀ, ਇਟ ਇਨਵੋਲਵਸ ਦ ਐਕਸਪੋਜ਼ਰ ਆਫ ਦ ਕੈਂਸਰਸ ਸੈਲਸ ਟੂ ਐਕਸ-ਰੇਜ਼ ਵਿਚ ਡਿਸਟਰੋਇਡ ਰੈਪਿਡਲੀ ਗਰੋਇੰਗ ਸੈਲਸ ਵਿਦਾਊਟ ਹਾਰਮਿੰਗ ਦ ਸਰਾਊਂਡਿੰਗ ਏਰੀਆਜ਼। ਇਹਦੇ ਵਿੱਚ ਆਪਾਂ ਰੇਡੀਏਸ਼ਨਸ ਦੇ ਨਾਲ ਉਸ ਪਰਟੀਕੂਲਰ ਸੈਲਸ ਦੀ ਗਰੋਥ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਾਂ। ਕੀਮੋਥੈਰੇਪੀ, ਕੀਮੋਥੈਰੇਪੀ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ ਐਂਟੀ ਕੈਂਸਰ ਡਰੱਗਸ, ਜਿਹੜੀਆਂ ਕਿ ਆਪਣੀ ਸੈੱਲ ਡਿਵੀਜ਼ਨ ਨੂੰ ਚੈੱਕ ਕਰਦੀਆਂ ਨੇ। ਜਿਹੜੇ ਆਪਾਂ ਕਾਮਨ ਕੈਮੀਕਲ ਯੂਜ਼ ਕਰਦੇ ਹਾਂ ਦੇ ਆਰ ਵਿਨਕ੍ਰਿਸਟਿਨ ਐਂਡ ਵਿਨਬਲਾਸਟਿਨ। ਇਹ ਦੋਨੋਂ ਹੀ ਪਲਾਂਟ ਸੋਰਸ ਤੋਂ ਲਈਆਂ ਜਾ ਰਹੀਆਂ ਨੇ। ਪਲਾਂਟ ਦਾ ਨਾਮ ਹੈ, ਤੁਸੀਂ ਸੁਣਿਆ ਵੀ ਹੋਊਗਾ, ਸਦਾਬਹਾਰ ਪਲਾਂਟ ਹੈ, ਕੈਥਰੈਂਥਸ ਰੋਜ਼ੀਅਸ ਉਹਦਾ ਨਾਮ ਹੈ। These are used in the treatment of the leukemia. Leukemia ਹੁੰਦਾ blood cancer. Immunotherapy, it involves natural anti-cancer immunological defense mechanism. ਪੇਸ਼ੈਂਟ ਦੇ ਵਿੱਚ ਆਪਾਂ ਇੰਟਰਫੀਰੋਨਸ ਕਿਆ ਹੁੰਦੀਆਂ, ਪ੍ਰੋਟੀਨਸ ਹੁੰਦੀਆਂ ਨੇ, ਉਹ ਆਪਾਂ ਇੰਟਰੋਡਿਊਸ ਕਰਦੇ ਹਾਂ ਜਿਹੜੀ ਉਹਦੇ ਇਮਿਊਨ ਸਿਸਟਮ ਨੂੰ ਐਕਟੀਵੇਟ ਕਰ ਦਿੰਦੀਆਂ ਨੇ ਔਰ ਟਿਊਮਰ ਨੂੰ ਡਿਸਟਰੋਏ ਕਰਨ ਦੀ ਕੋਸ਼ਿਸ਼ ਕਰਦੇ ਨੇ, ਰਾਈਟ। ਆਲ ਆਫ ਦ ਅਬਵ। ਜਿਹੜੀ ਹੁਣ ਨਵੀਂ ਰਿਸਰਚ ਚੱਲਦੀ ਪਈ ਹੈ ਡੈਟ ਇਜ਼ ਅਪੋਨ ਦ ਜੀਨ ਥੈਰੇਪੀ, ਵੀ ਆਪਾਂ ਜੀਨ ਥੈਰੇਪੀ ਦੇ ਨਾਲ ਕਿਵੇਂ ਕੈਂਸਰਸ ਸੈਲਸ ਨੂੰ ਖਤਮ ਕਰ ਸਕਦੇ ਹਾਂ। ਉਹਦਾ ਮੋਟਿਵ ਉਹੀ ਹੈ ਕਿ ਅਗਰ ਆਪਾਂ ਨੂੰ ਪਤਾ ਲੱਗ ਜਾਏ ਵੀ ਕਿਹੜੇ ਓਨਕੋਜੀਨਸ ਦੇ ਵਿੱਚ ਕਨਵਰਟ ਹੋਈਆਂ ਨੇ, ਦੈਨ ਵੀ ਕੈਨ ਪਰਸਿਊ ਵਿਦ ਦ ਜੀਨ ਥੈਰੇਪੀ। ਹਾਂਜੀ, ਆਲ ਅਬਵ ਜਨਰਲ ਅਵੇਅਰਨੈਸ regarding this disease is must means to stay away from the carcinogens। ਜਿਹੜੇ ਵੀ ਆਪਾਂ ਨੇ ਕੁਝ ਕਾਮਨ ਕਾਰਸੀਨੋਜਨਸ ਪੜ੍ਹੇ ਨੇ, ਅਗਰ ਆਪਾਂ ਆਪਣੇ ਆਪ ਨੂੰ ਉਹਨਾਂ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਮੇ ਬੀ ਆਪਾਂ ਆਪਣੇ ਲੈਵਲ 'ਤੇ ਇਸ ਬਿਮਾਰੀ ਤੋਂ ਬਚ ਸਕਦੇ ਹਾਂ, ਰਾਈਟ। ਅਦਰਵਾਈਜ਼ ਦੇਰ ਇਜ਼ ਨੋ ਪਾਰਟੀਕੂਲਰ ਰੀਜ਼ਨ ਬਿਹਾਈਂਡ ਇਟ। ਕਿਸੇ ਨੂੰ ਵੀ ਕਿਸੇ ਵੀ ਟਾਈਮ 'ਤੇ ਇਹ ਪ੍ਰੋਬਲਮ ਹੋ ਸਕਦੀ ਹੈ। ਫॉर ਦਿਸ ਕੈਂਸਰ ਡੇ ਇਜ਼ ਸੈਲੀਬ੍ਰੇਟਿਡ ਔਨ 4th Feb ਗਲੋਬਲੀ। ਇੰਟਰਨੈਸ਼ਨਲ ਲੈਵਲ 'ਤੇ ਹਰ ਸਾਲ 4 ਫਰਵਰੀ ਨੂੰ ਕੈਂਸਰ ਡੇ ਮਨਾਇਆ ਜਾਂਦਾ ਹੈ। ਇਸ ਸਾਲ 2020 ਦੇ ਵਿੱਚ ਜੋ 4th Feb ਸੀ, ਇਹਦਾ ਥੀਮ ਸੀਗਾ ਆਈ ਐਮ ਐਂਡ ਆਈ ਵਿਲ। ਮੀਨਸ ਮੈਂ ਇਹਦੇ ਨਾਲ ਕੰਪੀਟ ਕਰ ਰਿਹਾ ਔਰ ਮੈਂ ਇਹਦੇ ਨਾਲ ਕੰਪੀਟ ਕਰਾਂਗਾ, ਮਤਲਬ ਕੈਂਸਰ ਦੇ ਨਾਲ ਲੜਨਾ, ਰਾਈਟ। ਸੋ ਦਿਸ ਇਜ਼ ਆਲ ਅਬਾਊਟ ਦ ਏਡਸ ਐਂਡ ਕੈਂਸਰ। ਕੋਈ ਇਹਦਾ ਪੋਜ਼ੀਟਿਵ ਆਰਗੈਨਿਜ਼ਮ ਨਹੀਂ ਹੈਗਾ, ਬਟ ਇਹ ਪ੍ਰੋਬਲਮ ਦੇ ਬਹੁਤ ਸਾਰੇ ਕਾਰਸੀਨੋਜਨਸ ਨੇ ਜਿਹੜੇ ਇਹਨੂੰ ਕੌਜ਼ ਕਰ ਸਕਦੇ ਨੇ। ਮੀਨਸ ਆਪਾਂ ਨੂੰ ਉਹਨਾਂ ਤੋਂ ਦੂਰ ਰਹਿਣਾ ਪਏਗਾ ਖੁਦ ਨੂੰ ਬਚਾਉਣ ਦੇ ਲਈ। I think the topics are very clear to you. If you have any query, then you can ask. Thank you.